TBN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ, ਆਓ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਬਰਤਾਨਵੀ ਅਦਾਲਤ ਨੇ ਜੂਲੀਅਨ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਵਾਲੀ ਅਰਜ਼ੀ ਠੁਕਰਾਈ। ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਬੇਸਿੱਟਾ। ਅਗਲੀ बैठक 8 जनवरी ਨੂੰ। ਮੁੱਖ ਮੰਤਰੀ ਦੌੜ ਤੋਂ ਬਾਹਰ ਸੁਖਬੀਰ ਬਾਦਲ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਮਾਮਲਾ ਪਹੁੰਚਿਆ ਹਾਈਕੋਰਟ। ਖੇਤੀ ਕਾਨੂੰਨਾਂ ਤੇ ਵਿਵਾਦ ਭਖਿਆ। ਸੁਖਜਿੰਦਰ ਰੰਧਾਵਾ ਨੇ ਹਰਸਿਮਰਤ ਦੀ ਚੁਣੌਤੀ ਕਬੂਲੀ। ਕਿਸਾਨਾਂ ਤੇ ਗੋਲੀਬਾਰੀ ਨੂੰ ਲੈ ਕੇ ਆਪ ਨੇਤਾ ਨੇ ਖੱਟਰ ਨੂੰ ਆਖਿਆ ਜਨਰਲ ਡਾਇਰ। ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਜਾ ਰਹੇ ਇੱਕ ਕਿਸਾਨ ਦੀ ਹੋਈ ਮੌਤ। ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਖਜ਼ਾਨਚੀ ਦੀ ਕਿਸਾਨ ਅੰਦੋਲਨ ਦੌਰਾਨ ਹੋਈ ਮੌਤ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਕੁਝ ਵਿਚਾਰ ਵਟਾਂਦਰਾ ਕਰਨਾ ਹੈ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦੇ ਉੱਤੇ ਤਫਸੀਲ ਦੇ ਨਾਲ ਜਾਣਕਾਰੀ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪਰੋਸਦੇ ਹਾਂ, ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਅਪੀਲ ਕਰਨੀ ਚਾਹੁੰਦਾ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤਾਂ ਕਿ ਤੁਹਾਨੂੰ ਜਦੋਂ ਰੋਜ਼ਾਨਾ ਪ੍ਰੋਗਰਾਮ ਲਾਈਵ ਪੇਸ਼ ਕੀਤਾ ਜਾਂਦਾ ਤਾਂ ਪਤਾ ਲੱਗ ਸਕੇ। ਕੋਈ ਨਵਾਂ ਵੀਡੀਓ, ਕੋਈ ਨਵਾਂ ਪ੍ਰੋਗਰਾਮ ਅਪਲੋਡ ਕਰ ਦਿੱਤਾ ਗਿਆ, ਉਸ ਦਾ ਤੁਹਾਨੂੰ ਪਤਾ ਲੱਗ ਸਕੇ। ਉਮੀਦ ਹੈ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਕਬੂਲ ਕਰੋਗੇ। ਆਓ, ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸੀ ਇੱਕ ਕੇਸ ਚੱਲ ਰਿਹਾ ਬਰਤਾਨੀਆ ਦੇ ਵਿੱਚ। ਉਹਦਾ ਫੈਸਲਾ ਸੋਮਵਾਰ ਦੀ ਸਵੇਰ 10:30 ਵਜੇ ਅਦਾਲਤ ਨੇ ਸੁਣਾਉਣਾ ਸੀ। ਅਸਲ ਦੇ ਵਿੱਚ ਬਰਤਾਨੀਆ ਦੀ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੀ ਅਰਜ਼ੀ ਦੇ ਉੱਤੇ ਸੁਣਵਾਈ ਕਰਨੀ ਸੀ ਤੇ ਜਾਣਕਾਰੀ ਮਿਲ ਰਹੀ ਹੈ ਕਿ ਅਰਜ਼ੀ ਠੁਕਰਾ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਨਾ ਕੇਵਲ ਉਹ ਖੁਦਕੁਸ਼ੀ ਕਰ ਸਕਦਾ ਹੈ, ਸਗੋਂ ਉਸ ਦੀ ਮਾਨਸਿਕ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਕਰਕੇ ਯੂਲੀਅਨ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਅਜਿਹਾ ਕਰਨਾ ਦਮਨਕਾਰੀ ਹੋਏਗਾ। ਤੇ ਦੂਸਰੇ ਪਾਸੇ ਜਦੋਂ ਅਮਰੀਕਾ ਸਰਕਾਰ ਨੂੰ ਇਸ ਖਬਰ ਦਾ ਪਤਾ ਲੱਗਾ ਕਿ ਫੈਸਲਾ ਕੀ ਆ ਗਿਆ ਹੈ, ਅਮਰੀਕੀ ਸਰਕਾਰ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕਰਨ ਦੀ ਗੱਲ ਆਖੀ ਹੈ। ਤੁਹਾਨੂੰ ਦੱਸੀਏ ਕਿ ਇੱਕ ਦਹਾਕਾ ਪਹਿਲਾਂ ਫੌਜੀ ਅਤੇ ਡਿਪਲੋਮੈਟਿਕ ਦਸਤਾਵੇਜ਼ਾਂ ਦੇ ਪ੍ਰਕਾਸ਼ਨ ਦੇ ਮੱਦੇਨਜ਼ਰ ਯੂਲੀਅਨ ਅਸਾਂਜੇ ਅਮਰੀਕਾ ਵਿੱਚ ਜਾਸੂਸੀ ਦੇ 17 ਦੋਸ਼ਾਂ ਅਤੇ ਕੰਪਿਊਟਰ ਦੀ ਦੁਰਵਰਤੋਂ ਦੇ ਇੱਕ ਦੋਸ਼ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਇਹ ਦੋਸ਼ ਯੂਲੀਅਨ ਦੇ ਉੱਤੇ ਸਾਬਤ ਹੋ ਗਏ ਤਾਂ ਉਹਨਾਂ ਨੂੰ ਵੱਧ ਤੋਂ ਵੱਧ 175 ਸਾਲ ਦੀ ਸਜ਼ਾ ਹੋ ਸਕਦੀ ਹੈ। ਹੁਣ ਤੁਸੀਂ ਆਪ ਹਿਸਾਬ ਲਾਓ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹ ਸੰਕੇਤਕ ਬੜੀ ਵਾਰੀ ਹੁੰਦੀ ਹੈ। ਕਈ ਵਾਰੀ ਕਿਸੇ ਜਬਰ ਜਨਾਹ ਦੇ ਦੋਸ਼ੀ ਨੂੰ 900 ਸਾਲ ਦੀ ਸਜ਼ਾ, 750 ਸਾਲ ਦੀ ਸਜ਼ਾ। ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਇੱਕ ਆਦਮੀ ਦੀ ਉਮਰ ਕਿੰਨੀ ਹੁੰਦੀ ਹੈ। ਮਾਨਯੋਗ ਅਦਾਲਤ ਇਹ ਦੱਸਣ ਦਾ ਯਤਨ ਕਰਦੀ ਹੈ ਜਾਂ ਕੋਸ਼ਿਸ਼ ਕਰਦੀ ਹੈ ਕਿ ਜੇਕਰ ਤੂੰ ਘੱਟੋ ਘੱਟ 10-15 ਵਾਰ ਵੀ ਜਨਮ ਲੈ ਕੇ ਇਸ ਦੁਨੀਆ ਤੇ ਆ ਜਾਵੇਂ ਤਾਂ ਵੀ ਤੇਰਾ ਜਿਹੜਾ ਅਪਰਾਧ ਕੀਤਾ ਹੋਇਆ ਉਨੇ ਜਨਮਾਂ ਤੱਕ ਵੀ ਤੇਰਾ ਅਪਰਾਧ ਘੱਟ ਹੋਣ ਵਾਲਾ ਨਹੀਂ। ਹੁਣ ਇਸ ਕੇਸ ਦੇ ਵਿੱਚ ਵੀ ਯੂਲੀਅਨ ਅਸਾਂਜੇ ਨੂੰ 175 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੁਣਵਾਈ ਦੌਰਾਨ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ 49 ਵਰ੍ਹਿਆਂ ਦੇ ਅਸਾਂਜੇ ਦੇ ਵਕੀਲਾਂ ਦਾ ਤਰਕ ਸੀ ਕਿ ਇਰਾਕ ਅਤੇ ਅਫਗਾਨਿਸਤਾਨ ਦੇ ਵਿੱਚ ਅਮਰੀਕੀ ਫੌਜ ਦੇ ਗਲਤ ਕੰਮਾਂ ਨੂੰ ਉਜਾਗਰ ਕਰਨ ਦੌਰਾਨ ਉਹ ਬਤੌਰ ਪੱਤਰਕਾਰ ਕੰਮ ਕਰ ਰਿਹਾ ਸੀ ਅਤੇ ਅਜਿਹੀ ਸਥਿਤੀ ਦੇ ਵਿੱਚ ਉਹ ਫਰੀडम ਆਫ ਸਪੀਚ ਤਹਿਤ ਸੁਰੱਖਿਆ ਦਾ ਹੱਕਦਾਰ ਹੈ। ਹਾਲਾਂਕਿ ਮਾਨਯੋਗ ਜੱਜ ਵੈਨੇਸਾ ਬਰਾਈਟਰ ਨੇ ਬਚਾਅ ਪੱਖ ਦੇ ਇਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਅਸਾਂਜੇ ਨੂੰ ਫਰੀडम ਆਫ ਸਪੀਚ ਅਧਿਕਾਰ ਤਹਿਤ ਸਜ਼ਾ ਨਹੀਂ ਸੁਣਾਈ ਜਾ ਸਕਦੀ। ਜੱਜ ਨੇ ਕਿਹਾ ਕਿ ਜੇਕਰ ਉਹਨਾਂ ਦਾ ਅਪਰਾਧ ਸਾਬਤ ਹੋ ਜਾਂਦਾ ਹੈ ਤਾਂ ਉਹਨਾਂ ਦੀ ਸਜ਼ਾ ਫਰੀडम ਆਫ ਸਪੀਚ ਤਹਿਤ ਸੁਰੱਖਿਅਤ ਨਹੀਂ ਹੋਵੇਗੀ। ਹਾਲਾਂਕਿ ਉਹਨਾਂ ਇਹ ਜ਼ਰੂਰ ਕਿਹਾ ਕਿ ਯੂਲੀਅਨ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਜੇਕਰ ਉਹਨਾਂ ਦੀ ਹਵਾਲਗੀ ਅਮਰੀਕਾ ਲਈ ਕਰ ਦਿੱਤੀ ਜਾਂਦੀ ਹੈ, ਅਮਰੀਕਾ ਹਵਾਲੇ ਉਸ ਨੂੰ ਕਰ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਅਮਰੀਕੀ ਜੇਲ੍ਹ ਦੇ ਵਿੱਚ ਇਕੱਲੇਪਣ ਦਾ ਸਾਹਮਣਾ ਕਰਨਾ ਪਏਗਾ ਅਤੇ ਇਸ ਨਾਲ ਉਸ ਦੀ ਇਹ ਬਿਮਾਰੀ ਹੋਰ ਵੱਧ ਸਕਦੀ ਹੈ। ਮਾਨਯੋਗ ਜੱਜ ਨੇ ਇਹ ਵੀ ਕਿਹਾ ਕਿ ਜੇਕਰ ਉਸ ਦੀ ਹਵਾਲਗੀ ਕੀਤੀ ਗਈ ਤਾਂ ਉਹ ਖੁਦਕੁਸ਼ੀ ਵੀ ਕਰ ਸਕਦਾ ਹੈ। ਦੱਸਣਾ ਬਣਦਾ ਹੈ ਕਿ ਮਈ 2019 ਦੇ ਵਿੱਚ ਲੰਡਨ ਦੀ ਜੇਲ੍ਹ ਦੀ ਕਾਲ ਕੋਠੜੀ ਦੇ ਵਿੱਚ ਇੱਕ ਬਲੇਡ ਮਿਲਿਆ ਸੀ ਅਤੇ ਮੈਡੀਕਲ ਸਟਾਫ ਨੇ ਦੱਸਿਆ ਸੀ ਕਿ ਉਹ ਆਤਮ ਹੱਤਿਆ ਦੇ ਬਾਰੇ ਅਕਸਰ ਸੋਚਦਾ ਰਹਿੰਦਾ ਹੈ। ਇਸ ਕਰਕੇ ਅੱਜ ਉਹ ਕਿ ਅਮਰੀਕਾ ਹਵਾਲੇ ਕਰ ਦਿੱਤੇ ਜਾਣ, ਇਹ ਮਾਨਯੋਗ ਅਦਾਲਤ ਨੇ ਅਰਜ਼ੀ ਠੁਕਰਾ ਦਿੱਤੀ ਹੈ। ਅਗਲੀ ਖਬਰ ਵੱਡੀ ਖਬਰ ਹੈ। ਵੈਸੇ ਤਾਂ ਖਬਰ ਇਹ ਇਸ ਤਰੀਕੇ ਨਾਲ ਵੀ ਲਈ ਜਾ ਸਕਦੀ ਹੈ
ਕਿ ਚੋਣਾਂ ਦੇ ਵਿੱਚ ਇਹ ਪਤਾ ਨਹੀਂ ਪੰਜਾਬ ਦੇ ਲੋਕਾਂ ਨੇ ਕਿਹਨੂੰ ਮੂੰਹ ਲਾਉਣਾ ਹੈ ਤੇ ਕਿਹਨੂੰ ਬਾਹਰ ਦਾ ਰਸਤਾ ਦਿਖਾਉਣਾ ਹੈ। ਪਰ ਫਿਰ ਵੀ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਅੱਜ ਦੇ ਨਹੀਂ, ਪਿਛਲੇ ਲਗਭਗ 2 ਦਹਾਕਿਆਂ ਤੋਂ ਹੈ ਸੁਖਬੀਰ ਬਾਦਲ, ਪਰ ਗੱਲ ਹਾਲੇ ਤੱਕ ਬਣ ਨਹੀਂ ਸਕੀ। ਇਸੇ ਕਰਕੇ ਪਾਰਟੀ ਵਿੱਚ ਵੱਡੇ ਪੱਧਰ ਤੇ ਫੁੱਟ ਵੀ ਪਈ ਹੈ। ਪਰ ਹੁਣ ਖਬਰ ਮਿਲੀ ਹੈ ਕਿ 2022 ਦੇ ਵਿੱਚ ਜਿਹੜੀ ਅਗਲੇ ਵਰੇ ਪੰਜਾਬ ਵਿਧਾਨ ਸਭਾ ਚੋਣ ਹੋਣੀ ਹੈ, ਉਸ ਦੇ ਮੱਦੇਨਜ਼ਰ ਪੱਤੇ ਖੋਰਨੇ ਸ਼ੁਰੂ ਕਰ ਦਿੱਤੇ ਹਰ ਇੱਕ ਪਾਰਟੀ ਨੇ। ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਇੱਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਚਿਹਰਾ ਹੋਣਗੇ, ਭਾਵ ਉਹ ਬਾਦਲ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਇੱਕ ਵਾਰੀ ਪੇਸ਼ ਕਰ ਰਹੇ ਨੇ, ਮੈਦਾਨ ਵਿੱਚ ਉਤਾਰਨ ਦੀਆਂ ਗੱਲਾਂ ਕਰ ਰਹੇ ਨੇ। ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਮੈਂ ਨਹੀਂ। ਇਹ ਗੱਲ ਦਾ ਐਲਾਨ ਖੁਦ ਉਹਨਾਂ ਨੇ ਕੀਤਾ। ਬੀਤੇ ਦਿਨੀ ਅਬੋਹਰ ਪਹੁੰਚੇ ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਵਿੱਚ ਚੋਣਾਂ ਅਗਲੇ ਵਰੇ ਹੋਣੀਆਂ ਨੇ। ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣਗੇ। ਸੁਖਬੀਰ ਨੇ ਬਕਾਇਦਾ ਆਖਿਆ ਕਿ ਇਸ ਸੰਬੰਧੀ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਵੀ ਹੋਈ ਹੈ ਅਤੇ ਉਹਨਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਤਰਨ ਦੀ ਤਾਕੀਦ ਕੀਤੀ ਹੈ। ਸੁਖਬੀਰ ਨੇ ਇਹ ਵੀ ਦੱਸਿਆ ਕਿ ਭਾਵੇਂ ਉਹਨਾਂ ਦੀ ਹਾਲਤ ਸਿਹਤ ਇਸ ਵਕਤ ਬਹੁਤੀ ਠੀਕ ਨਹੀਂ, ਪਰ ਅਕਾਲੀ ਦਲ ਉਹਨਾਂ ਨੂੰ ਹੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਵਜੋਂ ਪੇਸ਼ ਕਰਨਗੇ। ਪਰ ਇਹ ਪੇਸ਼ ਕਰਨਗੇ ਕਿਉਂ? ਕੌਣ ਛੱਡਣੀ ਚਾਹੁੰਦਾ ਹੈ ਮੁੱਖ ਮੰਤਰੀ ਦੀ ਕੁਰਸੀ? ਤੁਹਾਨੂੰ ਯਾਦ ਹੋਣਾ ਹੈ ਕਿ 2017 ਦੀਆਂ ਜਿਹੜੀ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਸੀ, ਉਹਦੇ ਵਿੱਚ ਪਾਰਟੀ ਦੀ ਨਿਰਾਸ਼ਾਜਨਕ ਜਾਂ ਆਪਾਂ ਕਰਾਰੀ ਹਾਰ ਆਖ ਸਕਦੇ ਹਾਂ। ਉਹਦੇ ਤੋਂ ਬਾਅਦ ਅਕਾਲੀ ਦਲ ਨੂੰ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪਿਆ ਸੀ। ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਹੁਣ ਦੀ ਜਿੱਦ ਕਈ ਵੱਡੇ ਟਕਸਾਲੀ ਆਗੂਆਂ ਨੇ ਕਰਨੀ ਕਰ ਦਿੱਤੀ ਸੀ। ਜਦੋਂ ਗੱਲ ਨਾ ਮੰਨੀ ਤਾਂ ਉਹਨਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਇਹਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ, ਇਹ ਵੱਡੇ ਟਕਸਾਲੀ ਆਗੂ ਸੀ। ਇਹਨਾਂ ਸਾਰੇ ਵੱਡੇ ਆਗੂਆਂ ਨੇ ਨਾ ਸਿਰਫ ਪਾਰਟੀ ਛੱਡੀ, ਸਗੋਂ ਬਾਦਲ ਪਰਿਵਾਰ ਦੇ ਖਿਲਾਫ ਰੱਜ ਕੇ ਭੜਾਸ ਕੱਢੀ। ਅਕਾਲੀ ਦਲ ਨੂੰ ਬਾਦਲਾਂ ਦੇ ਕਬਜ਼ੇ ਤੋਂ ਛਡਵਾਉਣ ਲਈ ਸੰਘਰਸ਼ ਵੀ ਵਿੱਢਿਆ, ਜਿਸ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਲਈਆਂ ਨੇ। ਹੁਣ ਜਦੋਂ ਇੱਕ ਵਾਰ ਫਿਰ ਅਕਾਲੀ ਦਲ ਹੰਢੇ ਹੋਏ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਰੀ ਰੱਖ ਕੇ ਚੋਣ ਮੈਦਾਨ ਵਿੱਚ ਉਤਰਨ ਦੀਆਂ ਤਿਆਰੀਆਂ ਕਰ ਰਿਹਾ ਹੈ, ਤਾਂ ਅਜਿਹੇ ਵਿੱਚ ਪੰਜਾਬ ਦੀ ਜਨਤਾ ਅਕਾਲੀ ਦਲ ਦੇ ਇਸ ਫੈਸਲੇ ਤੇ ਕੀ ਪੈਂਤੜਾ ਲੈਂਦੀ ਹੈ, ਇਹ ਭਾਵੇਂ ਹਾਲੇ ਸਮਾਂ ਦੱਸੇਗਾ। ਪਰ ਜਿਹੜੀ ਅੱਜ ਸਥਿਤੀ ਹੈ ਨਾ, ਆ ਜਿਹੜੇ 3 ਕਾਨੂੰਨ ਬਣਾਏ ਨੇ, ਉਹਨਾਂ ਤੋਂ ਤਾਂ ਸਾਫ਼ ਨਜ਼ਰ ਆ ਰਹੀ ਹੈ ਕਿ ਇਸ ਵਕਤ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾਉਣਾ ਚਾਹੁੰਦੇ। ਹਾਲੇ ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬੀਬਾ ਬਾਦਲ ਆਪਣੇ ਹਲਕੇ ਦੇ ਵਿੱਚ ਗਈ। ਇੱਕ ਪਰਿਵਾਰ ਨੇ ਤਾਂ ਜਿਨ੍ਹਾਂ ਦੇ ਪਰਿਵਾਰ ਨੇ ਇਸ ਅੰਦੋਲਨ ਦੇ ਲੇਖੇ ਆਪਣੀ ਜਾਨ ਲਾ ਦਿੱਤੀ, ਜਿੰਦ ਕੁਰਬਾਨ ਕਰ ਦਿੱਤੀ, ਉਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਕਈਆਂ ਪਿੰਡਾਂ ਦੇ ਵਿੱਚ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ। ਸੋ ਹਾਲ ਦੀ ਘੜੀ ਭਾਵੇਂ ਅਕਾਲੀ ਦਲ ਇਹ ਦੱਸੀ ਜਾਵੇ ਕਿ ਅਸੀਂ ਅਸਤੀਫਾ ਦੇ ਦਿੱਤਾ ਹੈ, ਭਾਵੇਂ ਅਕਾਲੀ ਦਲ ਆਖੀ ਜਾਵੇ ਅਸੀਂ ਭਾਜਪਾ ਨਾਲੋਂ NDA ਨਾਲੋਂ ਤੋੜ ਵਿਛੋੜਾ ਕਰ ਲਿਆ, ਇਹਦੇ ਬਾਵਜੂਦ ਵੀ ਹਾਲੇ ਵੀ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਕਿ ਜਦੋਂ ਇਹ ਆਰਡੀਨੈਂਸ ਬਣਾਇਆ ਜਾ ਰਿਹਾ ਸੀ, ਲਿਆਂਦਾ ਜਾ ਰਿਹਾ ਸੀ, ਉਸ ਵਕਤ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਸੀ। ਉਹਦੇ ਤੋਂ ਬਾਅਦ ਬੀਬਾ ਬਾਦਲ ਨੇ ਵੀ, ਵੱਡੇ ਬਾਦਲ ਨੇ ਵੀ, ਸੁਖਬੀਰ ਬਾਦਲ ਨੇ ਵੀ ਕਈ ਵਾਰੀ ਬਹੁਤ ਸਾਰੀਆਂ ਮੁਲਾਕਾਤਾਂ ਦੇ ਵਿੱਚ, ਇੰਟਰਵਿਊਜ਼ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਪੱਖ ਰੱਖਿਆ। ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਕਿ ਸਾਡਾ ਵੱਡਾ ਵੋਟ ਬੈਂਕ, ਕਿਸਾਨੀ ਵੋਟ ਬੈਂਕ ਹੱਥੋਂ ਖੁੱਸ ਰਿਹਾ ਹੈ, ਫਿਰ ਉਹਨਾਂ ਨੂੰ ਇਹ ਪੈਂਤੜਾ ਲੈਣਾ ਪਿਆ ਸੀ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਕਿ ਜਦੋਂ 25 ਨਵੰਬਰ ਨੂੰ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਵੱਲ ਰੁਖ ਕੀਤਾ ਸੀ, ਤਾਂ ਉਹਨਾਂ ਨੂੰ ਰੋਕਿਆ ਗਿਆ ਸੀ ਹਰਿਆਣੇ ਦੀ ਹੱਦ ਤੇ, ਹਰਿਆਣੇ ਦੀ ਸਰਹੱਦ ਤੇ। ਇੰਨਾ ਹੀ ਨਹੀਂ ਸੀ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ ਸੀ, ਅਥਰੂ ਗੈਸ ਤੇ ਗੋਲੇ ਵੀ ਸੁੱਟੇ ਸਨ ਤੇ ਕਈਆਂ ਥਾਵਾਂ ਦੇ ਉੱਤੋਂ ਹਾਈਵੇ ਪੁੱਟ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇ ਪੁੱਟਣਾ, ਜੋ ਕਿ ਇੱਕ ਗੈਰ ਕਾਨੂੰਨੀ ਹੈ। ਨੈਸ਼ਨਲ ਹਾਈਵੇ ਦੇ ਵਿੱਚ ਥਾਂ ਤੇ ਟੋਏ ਪੁੱਟ ਕੇ ਰੁਕਾਵਟਾਂ ਖੜੀਆਂ ਕਰਨ ਦਾ ਮਾਮਲਾ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ। ਇਸ ਸੰਬੰਧੀ ਦਾਇਰ ਪਟੀਸ਼ਨ ਦੇ ਵਿੱਚ ਹਰਿਆਣਾ ਪੁਲਿਸ ਮੁਖੀ, ਸੋਨੀਪਤ, ਪਾਣੀਪਤ, ਕਰਨਾਲ ਤੇ ਅੰਬਾਲਾ ਦੇ DGP, ਮਾਫ ਕਰਨਾ, ਅੰਬਾਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਪਾਰਟੀ ਬਣਾਇਆ ਗਿਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਦੇ ਇੱਕ ਗੈਰ ਸਰਕਾਰੀ ਸੰਗਠਨ ਨੇ ਗੁਰੂ ਨਾਨਕ ਵੈਲਫੇਅਰ ਸੁਸਾਇਟੀ, ਇਹਨਾਂ ਨੇ ਪਟੀਸ਼ਨ ਦੇ ਵਿੱਚ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਇੱਕ ਸਰਕਾਰੀ ਜਾਇਦਾਦ ਹੈ ਅਤੇ ਸਿਆਸਤਦਾਨ ਆਪਣੇ ਸਵਾਰਥ ਲਈ ਇਸ ਜਾਇਦਾਦ ਨੂੰ ਨੁਕਸਾਨ ਪਹੁੰਚਾ ਨਹੀਂ ਸਕਦੇ, ਪਰ ਉਹਨੂੰ ਪਹੁੰਚਾਇਆ ਗਿਆ। ਸਰਕਾਰ ਦੇ ਨਿਰਦੇਸ਼ਾਂ ਤੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ DCs ਨੇ
ਨੈਸ਼ਨਲ ਹਾਈਵੇ ਦੇ ਵਿੱਚ ਟੋਏ ਪਟਵਾਉਣ ਦਾ ਕੰਮ ਕੀਤਾ, ਫਲਾਈਓਵਰ ਦੇ ਉੱਤੇ ਅੜਿੱਕੇ ਡਾਹੇ ਤੇ ਇੱਕ ਨਿੱਜੀ ਕੰਪਨੀ ਦੀ ਇਸ ਦੇ ਵਿੱਚ ਮਦਦ ਲਈ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਵੱਡੇ ਵੱਡੇ ਟੋਏ ਪੁੱਟ ਦਿੱਤੇ ਗਏ ਤਾਂ ਕਿ ਕਿਸਾਨ ਕਿਸੇ ਵੀ ਤਰੀਕੇ ਦਿੱਲੀ ਨਾ ਪੁੱਜ ਸਕਣ। ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸੀ। ਜੇ ਉਹ ਦਿੱਲੀ ਪੁੱਜ ਜਾਂਦੇ ਸ਼ਾਇਦ ਇਹ ਅੰਦੋਲਨ ਇੰਨਾ ਲੰਬਾ ਨਾ ਚੱਲਦਾ। ਉਹਨਾਂ ਨੂੰ ਜਾਣਬੁੱਝ ਕੇ ਯੋਜਨਾਬੱਧ ਢੰਗ ਦੇ ਨਾਲ ਤੰਗ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ। ਨੈਸ਼ਨਲ ਹਾਈਵੇ ਦੀ ਵਰਤੋਂ ਕਰਨੀ ਕਿਸਾਨਾਂ ਦਾ ਕਾਨੂੰਨੀ ਹੱਕ ਸੀ, ਪਰ ਸਰਕਾਰ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਉਹਨਾਂ ਦਾ ਕਾਨੂੰਨੀ ਹੱਕ ਖੋਇਆ, ਹਾਈਵੇ ਨੂੰ ਨੁਕਸਾਨ ਪਹੁੰਚਾਇਆ, ਉਸ ਦੇ ਵਿੱਚ ਟੋਏ ਪਟਵਾਏ। ਨੈਸ਼ਨਲ ਹਾਈਵੇ ਨੂੰ ਨੁਕਸਾਨ ਪਹੁੰਚਾਉਣਾ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਬਾਬਤ ਪਟੀਸ਼ਨਰ ਨੇ ਹਰਿਆਣਾ ਦੇ ਡੀਜੀਪੀ ਨੂੰ ਇੱਕ ਮੰਗ ਪੱਤਰ ਦੇ ਕੇ ਜ਼ਿਲ੍ਹਿਆਂ ਦੇ ਡੀਸੀਜ਼ ਦੇ ਖਿਲਾਫ ਮੰਗ ਕੀਤੀ ਸੀ, ਪਰ ਕੋਈ ਕਾਰਵਾਈ ਨਾ ਹੋ ਸਕੀ। ਇਸ ਲਈ ਪਟੀਸ਼ਨਰ ਨੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਟੋਏ ਪੁੱਟਣ ਦੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਦਾ ਜਿੰਨਾ ਨੁਕਸਾਨ ਹੋਇਆ ਉਸ ਦੀ ਪੂਰਤੀ ਲੀਡਰਾਂ ਤੋਂ, ਅਧਿਕਾਰੀਆਂ ਤੋਂ ਕੀਤੀ ਜਾਵੇ ਅਤੇ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਰਜਿਸਟਰੀ 'ਚ ਫਾਈਲ ਕਰ ਦਿੱਤੀ ਹੈ ਤੇ ਛੇਤੀ ਸੁਣਵਾਈ ਹੋਣ ਲਈ ਸੂਚੀਬੱਧ ਵੀ ਕੀਤੀ ਜਾ ਸਕਦੀ ਹੈ। ਸੋ ਦੋਸਤੋ, ਇਹਦੇ ਤੋਂ ਪਹਿਲਾਂ ਵੀ ਇੱਕ ਦੋ ਵਕੀਲਾਂ ਨੇ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਪਾਈਆਂ ਸਨ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਦਾਲਤਾਂ ਸਰਕਾਰ ਦੀ ਬੋਲੀ ਬੋਲਦੀਆਂ ਨੇ ਜਾਂ ਜਦੋਂ ਕਿ ਇਹ ਕਾਨੂੰਨ ਹੈ ਕਿ ਅੜਿੱਕੇ ਡਾਹੇ ਨਹੀਂ ਜਾ ਸਕਦੇ, ਨੈਸ਼ਨਲ ਹਾਈਵੇ ਨੂੰ ਜਾਂ ਸੜਕਾਂ ਨੂੰ ਪੁੱਟਿਆ ਨਹੀਂ ਜਾ ਸਕਦਾ, ਜੋ ਕਿ ਪੁੱਟਿਆ ਗਿਆ, ਜਿਸ ਤੇ ਵੀਡੀਓ ਵੀ ਸਾਹਮਣੇ ਨੇ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ ਗਈਆਂ ਨੇ ਤੇ ਸਾਰਾ ਇਹ ਮਾਮਲਾ ਸਰਕਾਰ ਦੇ ਵੀ ਧਿਆਨ ਵਿੱਚ ਹੈ, ਅਦਾਲਤ ਦੇ ਧਿਆਨ ਵਿੱਚ ਇੱਕ ਵਾਰ ਫਿਰ ਤੋਂ ਲਿਆ ਦਿੱਤਾ ਗਿਆ। ਵੇਖਾਂਗੇ ਕਿ ਅਦਾਲਤ ਇਹਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਂਦੀ ਹੈ। ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਵਾਦ ਭਖ ਰਿਹਾ ਹੈ। ਭਾਰਤੀ ਜਨਤਾ ਪਾਰਟੀ ਇਸ ਅੰਦੋਲਨ ਨੂੰ ਵਿਰੋਧੀਆਂ ਦੀ ਚਾਲ ਦੱਸ ਰਹੀ ਹੈ, ਕਾਂਗਰਸੀਆਂ ਦੀ ਚਾਲ ਦੱਸ ਰਹੀ ਹੈ। ਕੱਲ੍ਹ ਜਦੋਂ ਵਿਰੋਧ ਹੋਇਆ ਹਰਸਿਮਰਤ ਕੌਰ ਬਾਦਲ ਦਾ, ਉਹਨਾਂ ਨੇ ਕਿਹਾ ਸੀ ਕਿ ਭਾਜਪਾ ਦੀ ਚਾਲ ਹੈ ਤੇ ਕੋਈ ਭਾਜਪਾ ਦੀ, ਕੋਈ ਕਾਂਗਰਸ ਦੀ, ਕੋਈ ਅਕਾਲੀਆਂ ਦੀ, ਤੇ ਅੱਡੋ ਅੱਡ ਪਾਰਟੀਆਂ ਇੱਕ ਦੂਸਰੇ ਦੇ ਉੱਤੇ ਦੋਸ਼ ਮੜ ਰਹੀਆਂ ਨੇ। ਹੁਣ ਆਹ ਜਿਹੜੀ ਖਬਰ ਹੈ, ਇਹ ਜਾਣਕਾਰੀ ਮਿਲੀ ਹੈ ਕਿ ਸੀਨੀਅਰ ਕਾਂਗਰਸੀ ਆਗੂ ਵੀ ਹੈ ਅਤੇ ਕੈਬਨਿਟ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਗੁੰਮਰਾਹਕੁੰਨ ਬਿਆਨ ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਨੂੰਹ ਕਾਲੇ ਖੇਤੀ ਕਾਨੂੰਨ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਜਿੰਨਾ ਮਰਜ਼ੀ ਟਾਲਾ ਵੱਟ ਲਵੇ, ਪਰ ਉਹ ਕਿਸਾਨੀ ਦਾ ਗਲਾ ਘੁੱਟਣ ਲਈ ਆਪਣੀ ਸ਼ਮੂਲੀਅਤ ਤੋਂ ਭੱਜ ਨਹੀਂ ਸਕਦੀ, ਨਾ ਬਾਦਲ ਪਰਿਵਾਰ ਭੱਜ ਸਕਦਾ। ਕਿਉਂਕਿ ਕਹਿੰਦੇ ਹਰਸਿਮਰਤ ਬਾਦਲ ਵੱਲੋਂ ਖੇਤੀ ਆਰਡੀਨੈਂਸਾਂ ਤੇ ਆਪਣੇ ਦਸਤਖਤ ਸਿੱਧ ਕਰਨ ਦੀ ਚੁਣੌਤੀ ਨੂੰ ਖੁੱਲ੍ਹੇਆਮ ਸਵੀਕਾਰ ਕਰਦੇ ਹਾਂ। ਰੰਧਾਵਾ ਨੇ ਕਿਹਾ ਕਿ ਜਦੋਂ ਕੈਬਨਿਟ ਮੀਟਿੰਗ ਵਿੱਚ ਸਮੁੱਚਾ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਸ਼ਾਮਲ ਸਮੂਹ ਮੰਤਰੀਆਂ ਦੀ ਸਹਿਮਤੀ ਦਸਤਕਾਂ ਤੋਂ ਵੱਡਾ ਸਬੂਤ ਹੁੰਦੀ ਹੈ। ਤੇ ਉਹਨਾਂ ਚੁਟਕੀ ਲੈਂਦਿਆਂ ਹਰਸਿਮਰਤ ਬਾਦਲ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਉਹ ਆਪਣੇ 6 ਸਾਲ ਦੇ ਕੇਂਦਰੀ ਮੰਤਰੀ ਦੇ ਕਾਰਜਕਾਲ ਦੌਰਾਨ ਕੇਂਦਰੀ ਕੈਬਨਿਟ ਵੱਲੋਂ ਕੀਤੇ ਫੈਸਲਿਆਂ ਤੇ ਕਿਸ ਆਧਾਰ ਤੇ ਵਾਹ-ਵਾਹ ਖੱਟਦੀ ਰਹੀ ਹੈ ਜੋ ਦਸਤਖਤ ਨਹੀਂ ਸੀ ਕਰਦੀ ਰਹੀ। ਉਹਨਾਂ ਨਾਲ ਇਹ ਵੀ ਸਲਾਹ ਦਿੱਤੀ ਹੈ ਕਿ ਇਹ ਬਿਆਨ ਦੇਣ ਤੋਂ ਪਹਿਲਾਂ ਉਹ ਆਪਣੇ ਸਹੁਰਾ ਸਾਹਿਬ ਬਾਦਲ ਸਾਹਿਬ ਤੋਂ ਹੀ ਪੁੱਛ ਲੈਂਦੀ ਕਿ ਕੈਬਨਿਟ ਵੱਲੋਂ ਲਏ ਫੈਸਲਿਆਂ ਦੇ ਵਿੱਚ ਮੰਤਰੀਆਂ ਦੀ ਸਹਿਮਤੀ ਹੁੰਦੀ ਹੈ ਜਾਂ ਫਿਰ ਸਹਿਮਤੀ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਪ੍ਰਕਾਸ਼ ਸਿੰਘ ਬਾਦਲ, ਉਹ ਚੰਗੀ ਤਰ੍ਹਾਂ ਬੀਬਾ ਤੈਨੂੰ ਸਮਝਾ ਸਕਦੇ ਹੈ। ਸੁਖਜਿੰਦਰ ਰੰਧਾਵਾ ਨੇ ਹਰਸਿਮਰਤ ਨੂੰ ਸਵਾਲ ਕਰਦਿਆਂ ਕਿਹਾ ਕਿ ਕਾਲੇ ਖੇਤੀ ਆਰਡੀਨੈਂਸ ਲਿਆਉਣ ਤੋਂ ਬਾਅਦ ਇਸ ਦੀ ਤਰਫਦਾਰੀ ਲਈ ਬਾਦਲ ਪਰਿਵਾਰ ਵੱਲੋਂ ਬੰਨੀਆਂ ਸਿਫਤਾਂ ਦੇ ਪੁਲਾਂ ਬਾਰੇ ਉਹ ਵੀ ਆਪਣਾ ਸਪਸ਼ਟੀਕਰਨ ਦੇਣ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਜੂਨ 2020 ਦੇ ਵਿੱਚ ਬੀਤੇ ਵਰੇ ਆਰਡੀਨੈਂਸ ਪਾਸ ਕਰਨ ਤੋਂ ਬਾਅਦ ਹਰਸਿਮਰਤ ਬਾਦਲ ਵੱਲੋਂ ਜਿਸ ਤੇ ਇਸ ਦੇ ਹੱਕ ਵਿੱਚ ਇੰਟਰਵਿਊਜ਼ ਦਿੱਤੀਆਂ ਗਈਆਂ, ਉੱਥੇ ਵੱਡੇ ਬਾਦਲ ਕੋਲੋਂ ਵੀ ਹੱਕ ਦੇ ਵਿੱਚ ਇੱਕ ਵੀਡੀਓ ਬਿਆਨ ਦਵਾਇਆ ਗਿਆ ਸੀ ਤੇ ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਕਾਲੇ ਖੇਤੀ ਕਾਨੂੰਨਾਂ ਨੂੰ ਲਿਆਉਣ ਦੇ ਵਿੱਚ ਆਪਣੀ ਹਿੱਸੇਦਾਰੀ ਤੋਂ ਮੁੱਕਰ ਨਹੀਂ ਸਕਦਾ ਤੇ ਹਰਸਿਮਰਤ ਦਾ ਕੂੜ ਪ੍ਰਚਾਰ ਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਕਮਾਏ ਧਰੋ ਤੋਂ ਉਹਨਾਂ ਨੂੰ ਬਚਾ ਨਹੀਂ ਸਕਦਾ। ਹੁਣ ਇੱਕ ਤਾਂ ਗੱਲ ਮੰਨਣੀ ਪਊ ਕਿ ਸ਼ਾਇਦ ਕਾਂਗਰਸ ਨੂੰ ਲੱਗਦਾ ਹੈ ਕਿ ਸਾਰਾ ਨਜ਼ਲਾ ਜਾਂ ਤਾਂ ਭਾਰਤੀ ਜਨਤਾ ਪਾਰਟੀ ਤੇ ਹੈ ਜਾਂ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਸਾਰਾ ਨਜ਼ਲਾ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤੇ ਹੈ। ਪਰ ਆਪਣੀ ਪੀੜ੍ਹੀ ਹੇਠ ਵੀ ਤੁਸੀਂ ਸੋਟਾ ਫੇਰੋ, ਕਿਉਂਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਤੁਸੀਂ ਗਵਰਨਰ ਨੂੰ ਸਾਈਨ ਕਰਕੇ ਸਰਬਸੰਮਤੀ ਨਾਲ ਉਹ ਮਤਾ ਦੇ ਕੇ ਆਇਓ, ਉਹਦੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫਰਜ਼ ਬਣਦਾ ਕਿ ਉਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੀ ਅਸੀਂ ਫਾਈਲ ਤੁਹਾਨੂੰ ਦਿੱਤੀ ਸੀ ਜਾਂ ਤਾਂ ਤੁਸੀਂ ਰਾਸ਼ਟਰਪਤੀ ਕੋਲ ਭੇਜੋ, ਜੇ ਰਾਸ਼ਟਰਪਤੀ ਕੋਲ ਨਹੀਂ ਭੇਜਣੀ ਤਾਂ ਦੁਬਾਰਾ ਪੰਜਾਬ ਸਰਕਾਰ ਨੂੰ ਵਾਪਸ ਕੀਤੀ ਜਾਵੇ।
ਤੇ ਦੁਬਾਰਾ ਇੱਕ ਵਾਰੀ ਫਿਰ ਇਜਲਾਸ ਸੱਦ ਕੇ ਜੇ ਦੁਬਾਰਾ ਫੇਰ ਗਵਰਨਰ ਕੋਲ ਭੇਜ ਦਿੱਤੀ ਜਾਵੇ, ਫਿਰ ਗਵਰਨਰ ਦੀ ਕੋਈ ਅੱਡੀ ਨਹੀਂ ਅੜਨੀ, ਉਹਨੂੰ ਅੱਗੇ ਭੇਜਣੀ ਪਵੇਗੀ। ਹੁਣ ਤੁਸੀਂ ਦੇਖੋ ਕਿ ਆਪਣੀਆਂ ਕੱਛ 'ਚ ਤੇ ਦੂਸਰੇ ਦੀਆਂ ਹੱਥ 'ਚ ਇਸ ਵਕਤ ਸਾਰੀਆਂ ਧਿਰਾਂ ਲਗਭਗ ਰਾਜਨੀਤੀ ਕਰਨ ਤੇ ਉਤਰੀਆਂ ਹੋਈਆਂ ਨੇ। ਅਸਲ ਦੇ ਵਿੱਚ ਕਿਸਾਨਾਂ ਦਾ ਮੁੱਦਈ ਕਿੰਨੇ ਕੁ ਨੇ, ਇਹ ਤੁਹਾਡੇ ਸਾਹਮਣੇ ਹੈ। ਆਪਾਂ ਪਹਿਲਾਂ ਵੀ ਖਬਰ ਸਾਂਝੀ ਕਰ ਰਹੇ ਸੀ ਕਿ ਕਿਸਾਨਾਂ ਨੂੰ ਰੋਕਿਆ ਵੀ ਗਿਆ, ਸੜਕਾਂ ਵੀ ਪੁੱਟੀਆਂ ਗਈਆਂ, ਅਥਰੂ ਗੈਸ ਤੇ ਗੋਲੇ ਵੀ ਛੱਡੇ ਗਏ ਤੇ ਨਾਲ ਪਾਣੀ ਦੀਆਂ ਵਾਛੜਾਂ ਵੀ ਮਾਰੀਆਂ ਗਈਆਂ ਸਨ ਹਰਿਆਣਾ ਸਰਕਾਰ ਵੱਲੋਂ, ਹਰਿਆਣਾ ਪ੍ਰਸ਼ਾਸਨ ਦੇ ਵੱਲੋਂ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲੋਕਾਂ ਦੇ ਨਿਸ਼ਾਨੇ ਤੇ ਹੈ। ਹੁਣ ਖਬਰ ਫੇਰ ਮਿਲੀ ਹੈ ਕਿ 40 ਦਿਨ ਤਾਂ ਹੋ ਚੁੱਕੇ ਆ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਨੂੰ। ਲੋਕ ਦਿੱਲੀ ਦੀ ਸਰਹੱਦ ਤੇ ਬੈਠੇ ਹੈ। ਠੰਡ ਲਗਾਤਾਰ ਵੱਧ ਰਹੀ ਹੈ। ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਵੀ ਪੈ ਰਿਹਾ ਹੈ, ਤਾਂ ਵੀ ਕਿਸਾਨ ਇਸ ਵਕਤ ਸੜਕਾਂ ਤੇ ਡਟੇ ਹੋਏ ਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਨੇ ਰਾਘਵ ਚੱਡਾ, ਉਹਨਾਂ ਦਾ ਇੱਕ ਵੱਡਾ ਬਿਆਨ ਆਇਆ। ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਤੁਲਨਾ ਜਨਰਲ ਡਾਇਰ ਦੇ ਨਾਲ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮਨੋਹਰ ਲਾਲ ਖੱਟੜ ਨੇ ਜਨਰਲ ਡਾਇਰ ਦੀ ਤਰ੍ਹਾਂ ਅੰਦੋਲਨਕਾਰੀ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਛੱਡਣ ਅਤੇ ਗੋਲੀਬਾਰੀ ਕਰਨ ਦੇ ਆਦੇਸ਼ ਦਿੱਤੇ। ਉਹਨਾਂ ਨੇ ਇਹ ਵੀ ਕਿਹਾ ਕਿ ਕੀ ਦੇਸ਼ ਦੇ ਕਿਸਾਨ ਸਾਡੇ ਦੁਸ਼ਮਣ ਨੇ, ਕਿ ਉਹ ਚੀਨ ਜਾਂ ਪਾਕਿਸਤਾਨ ਦੇ ਫੌਜੀ ਜਵਾਨ ਨੇ ਜਿਨ੍ਹਾਂ ਦੇ ਉੱਤੇ ਇਸ ਤਰ੍ਹਾਂ ਦੇ ਆਰਡਰ ਦਿੱਤੇ ਜਾਣ। ਆਖਰ ਉਹਨਾਂ ਨਾਲ ਇਸ ਤਰ੍ਹਾਂ ਦਾ ਰਵੱਈਆ ਕਿਉਂ ਅਪਣਾਇਆ ਜਾ ਰਿਹਾ ਹੈ? ਵੱਡੇ ਸਵਾਲ ਉਹਨਾਂ ਕੀਤੇ ਹੈ। ਦਰਅਸਲ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੌਲੀ ਲਗਾਤਾਰ ਵੱਧ ਰਿਹਾ ਹੈ, ਵੱਡਾ ਹੁੰਦਾ ਜਾ ਰਿਹਾ ਹੈ। ਐਤਵਾਰ ਨੂੰ ਕਿਸਾਨਾਂ ਦਾ ਜੱਥਾ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵਧ ਗਿਆ। ਇਸ ਤੋਂ ਬਾਅਦ ਦਿੱਲੀ ਜੈਪੁਰ ਹਾਈਵੇ ਸਥਿਤ ਮਸਾਨੀ ਪਿੰਡ ਦੇ ਕੋਲ ਪੁਲਿਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਹੋਇਆ ਤੇ ਕਿਸਾਨਾਂ ਦੇ ਅੱਗੇ ਵਧਣ ਦੀ ਮੰਗ ਸੀ ਤੇ ਉਹ ਅੱਗੇ ਵਧਦੇ ਗਏ ਤੇ ਰੁਕੇ ਨਹੀਂ। ਤੇ ਉੱਥੇ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਵਾਸਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਗੋਲੀਆਂ ਵੀ ਚਲਾਈਆਂ, ਹਵਾਈ ਫਾਇਰ ਭਾਵੇਂ ਰਬੜ ਦੇ ਹੀ ਹੋਣ ਪਰ ਕੀਤੇ ਗਏ। ਰਾਘਵ ਚੱਡਾ ਇਹੀ ਸਵਾਲ ਕਰ ਰਹੇ ਹੈ ਕਿ ਕੀ ਇਹ ਤਾਂ ਦੱਸ ਦਿੱਤਾ ਜਾਵੇ ਕਿ ਕੀ ਇਹ ਕੋਈ ਦੁਸ਼ਮਣ ਨੇ? ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਵੀ ਕਹੀ ਜਾਂਦੇ ਨੇ ਕਿ ਅੰਨਦਾਤਾ ਹੈ, ਇੱਕ ਪਾਸੇ ਤਾਂ ਰਾਜਨਾਥ ਸਿੰਘ ਇਹ ਵੀ ਕਹੀ ਜਾਂਦੇ ਨੇ ਕਿ ਅਸੀਂ ਕਿਸਾਨਾਂ ਦੇ ਖਿਲਾਫ ਕਿਵੇਂ ਸੋਚ ਸਕਦੇ ਹਾਂ। ਤੁਹਾਡੀ ਸਰਕਾਰ ਹੈ, ਕਦੇ ਰੋਕਾਂ ਡਾਉਂਦੀ ਹੈ, ਕਦੇ ਸੜਕਾਂ ਪੁੱਟਦੀ ਹੈ, ਕਦੇ ਅਥਰੂ ਗੈਸ ਤੇ ਗੋਲੇ ਛੱਡਦੀ ਹੈ, ਕਦੇ ਗੋਲੀਆਂ ਚਲਾਉਂਦੀ ਹੈ ਤੇ ਕਦੇ ਲਾਠੀ ਚਾਰਜ ਕਰਦੀ ਹੈ, ਕਦੇ ਉਹਨਾਂ ਤੇ ਪਰਚੇ ਕਤਲ ਵਰਗੀਆਂ ਸੰਗੀਨ ਧਾਰਾਵਾਂ ਦੇ ਦਰਜ ਕਰ ਦਿੰਦੀ ਹੈ। ਹੁਣ ਜਦੋਂ ਲੋਕਤੰਤਰ ਹੈ, ਮਾਨਯੋਗ ਅਦਾਲਤ ਸੁਪਰੀਮ ਕੋਰਟ ਆਖ ਚੁੱਕੀ ਹੈ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤੇ ਜਾ ਸਕਦੇ ਆ। ਜੇ ਮਨੋਹਰ ਲਾਲ ਖੱਟੜ ਨੂੰ ਕੋਈ ਕਾਲੀਆਂ ਝੰਡੀਆਂ ਦਿਖਾਉਂਦਾ 307 ਦਾ ਪਰਚਾ, ਜੇ ਕੋਈ ਕੈਨਨ ਵਾਟਰ ਕੈਨਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ 307 ਦਾ ਪਰਚਾ। ਪੰਜਾਬ ਦੇ ਵਿੱਚੋਂ ਵੀ ਖਬਰ ਇਹੀ ਹੈ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵੱਡੇ ਬਣੇ ਹੋਏ ਨੇ ਆਪਣੇ ਆਪ 'ਚ। ਹਰਜੀਤ ਗਰੇਵਾਲ, ਉਹਨਾਂ ਦੇ ਘਰ ਦੀ ਕੰਧ ਤੇ ਕੋਈ ਲਿਖ ਗਿਆ ਹਰਜੀਤ ਗਰੇਵਾਲ ਮੁਰਦਾਬਾਦ, ਮੁੰਡੇ ਵੀ ਚੁੱਕ ਲਏ ਤੇ ਚੱਕ ਕੇ ਬਠਿੰਡੇ ਦੀ ਜੇਲ੍ਹ 'ਚ ਵੀ ਸੁੱਟ ਦਿੱਤੇ। ਉਧਰ ਤੀਕਸ਼ਣ ਸੂਦ ਦੇ ਘਰ ਦੇ ਮੂਹਰੇ ਕੋਈ ਗੋਹਾ ਖਿਲਾਰ ਗਿਆ, ਉਹ ਨੌਜਵਾਨਾਂ ਦੇ ਖਿਲਾਫ ਵੀ 307 ਦੇ ਪਰਚੇ ਦਰਜ ਕਰ ਦਿੱਤੇ। ਘੱਟੋ ਘੱਟ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਹੀ ਚਾਹੁੰਦੇ ਹੋ ਤਾਂ ਘੱਟੋ ਘੱਟ ਇਹ ਕਰ ਦਿਓ ਕਿ ਭਾਈ ਸਰਕਾਰੀ ਕੰਮ ਦੇ ਵਿੱਚ ਖਲਲ ਪਾਇਆ, ਉਹਦਾ ਪਰਚਾ ਤਾਂ 307 ਦਾ ਬਣਦਾ ਹੀ ਨਹੀਂ। ਹੁਣ ਇੱਕ ਪਾਸੇ ਕਹੀ ਜਾ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਸਮਰਥਨ 'ਚ ਹਾਂ, ਇੱਕ ਪਾਸੇ ਕਹੀ ਜਾ ਰਿਹਾ ਕਿਸਾਨ ਸਾਡਾ ਅੰਨਦਾਤਾ ਹੈ, ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ, ਤੇ ਦੂਸਰੇ ਪਾਸੇ ਪਰਚੇ ਦੇਖੋ ਕਿਸ ਤਰ੍ਹਾਂ ਦੇ ਕੀਤੇ ਜਾ ਰਹੇ ਆ। ਤੇ ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇਹ ਵੱਡੀ ਖਬਰ ਸੀ ਕਿ ਮੀਟਿੰਗਾਂ ਲਗਾਤਾਰ ਹੋ ਰਹੀਆਂ ਨੇ, ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਆਧਾਰ ਬਣਾ ਕੇ ਹੋ ਰਹੀਆਂ ਨੇ। ਅੱਜ ਇੱਕ ਵਾਰ ਫਿਰ ਕੇਂਦਰ ਦੇ 3 ਮੰਤਰੀ ਅਤੇ ਦੂਸਰੇ ਪਾਸੇ ਕਿਸਾਨ ਆਗੂਆਂ ਦੇ ਵਿਚਕਾਰ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਗੱਲਬਾਤ ਹੋਈ ਤੇ ਗੱਲਬਾਤ ਦਾ ਨਤੀਜਾ ਫਿਰ ਨਹੀਂ ਕੋਈ ਨਿਕਲ ਸਕਿਆ। ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਸ਼ੁਰੂ ਤੋਂ ਹੀ ਤਿੰਨੇ ਹੀ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਜ਼ੋਰ ਦਿੱਤਾ, ਜਦਕਿ ਸਰਕਾਰ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਵਣਜ ਮੰਤਰੀ ਸੋਮਨਾਥ, ਇਹਨਾਂ ਨੇ ਕਾਨੂੰਨਾਂ ਦੇ ਲਾਭ ਗਿਣਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਨੇ ਸਿਰਫ 1 ਘੰਟੇ ਦੀ ਗੱਲਬਾਤ ਦੇ ਮਗਰੋਂ ਲੰਬੀ ਬ੍ਰੇਕ ਵੀ ਲਈ। ਬਾਅਦ ਦੇ ਵਿੱਚ ਲਗਭਗ 5:15 ਵਜੇ ਗੱਲਬਾਤ ਦੁਬਾਰਾ ਸ਼ੁਰੂ ਹੋਈ, ਪਰ ਕਿਸਾਨਾਂ ਦੇ ਵੱਲੋਂ ਸਿਰਫ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੇ ਧਿਆਨ ਕੇਂਦਰਿਤ ਰੱਖਣ ਦੀ ਗੱਲ ਕੀਤੀ ਤੇ ਜਿਸ ਦੇ ਕਾਰਨ ਇਹ ਗੱਲਬਾਤ ਫਿਰ ਬੇਸਿੱਟਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰਨ ਤੇ ਜ਼ੋਰ ਦਿੱਤਾ ਤੇ ਅਗਲੀ ਮੀਟਿੰਗ ਹੁਣ 8 ਤਰੀਕ ਨੂੰ ਫਿਰ ਨਿਰਧਾਰਤ ਕਰ ਦਿੱਤੀ ਗਈ ਹੈ ਤੇ ਅਗਲੇ ਕਦਮ ਲਈ ਕਿਸਾਨ ਜਥੇਬੰਦੀਆਂ ਕੱਲ੍ਹ ਨੂੰ ਆਪਸ ਦੇ ਵਿੱਚ ਫਿਰ ਬੈਠਕ ਕਰਨਗੀਆਂ। ਦੱਸਣਾ ਬਣਦਾ ਕਿ ਮੀਟਿੰਗ ਦੌਰਾਨ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ MSP ਤੇ
ਫਸਲਾਂ ਦੀ ਖਰੀਦ ਸੰਬੰਧੀ ਕਾਨੂੰਨੀ ਗਰੰਟੀ ਬਾਰੇ ਕੋਈ ਚਰਚਾ ਨਹੀਂ ਹੋਈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੇ ਕਿਹਾ ਸੀ ਕਿ ਇਸ ਅੰਦੋਲਨ ਦੌਰਾਨ ਲਗਭਗ 60 ਕਿਸਾਨ ਸ਼ਹੀਦ ਹੋ ਚੁੱਕੇ ਹੈ ਅਤੇ ਹੁਣ ਤਾਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਸੀ ਕਿ ਜੇਕਰ ਸਰਕਾਰ ਸੋਚਦੀ ਹੋਵੇ ਨਾ ਕਿ ਹੁਣ ਇਹ ਘਰਾਂ ਨੂੰ ਪਰਤ ਜਾਣਗੇ, ਉਹ ਕਹਿੰਦੇ ਅਸੀਂ ਤਾਂ ਪੱਕੇ ਅੱਡੇ ਖੱਡੇ ਬਣਾਉਣ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਕਰਵਾਉਣ ਤੋਂ ਇਲਾਵਾ ਅਸੀਂ ਵਾਪਸ ਨਹੀਂ ਮੁੜਨਾ। ਨਰਿੰਦਰ ਸਿੰਘ ਤੋਮਰ ਹੋਰਾਂ ਨੇ ਮੀਟਿੰਗ ਤੋਂ ਬਾਅਦ ਆਖਿਆ ਕਿ ਅਸੀਂ ਗੱਲਬਾਤ ਦੇ ਉੱਤੇ ਐਨ ਵਿਸਥਾਰ ਨਾਲ ਚਰਚਾ ਕਰਨੀ ਚਾਹੁੰਦੇ ਸੀ, ਪਰ ਕਿਸਾਨ ਆਗੂ ਇਸੇ ਜਿੱਦ ਤੇ ਅੜੇ ਹੋਏ ਸੀ ਕਿ ਕਾਨੂੰਨ ਰੱਦ ਕਰਨ, ਇਸ ਕਰਕੇ ਮੀਟਿੰਗ ਬੇਸਿੱਟਾ ਰਹੀ ਹੈ। ਉਹ ਕਹਿੰਦੇ ਉਮੀਦ ਹੈ ਕਿ ਭਵਿੱਖ ਦੇ ਵਿੱਚ ਇਸ ਮਸਲੇ ਦਾ ਹੱਲ ਹੋਵੇਗਾ। ਤੇ ਨਾਲ ਇਹ ਵੀ ਦੱਸਦਾ ਕਿ ਇਸ ਮੀਟਿੰਗ ਤੋਂ ਪਹਿਲਾਂ ਨਰਿੰਦਰ ਤੋਮਰ ਅਮਿਤ ਸ਼ਾਹ ਨੂੰ ਮਿਲ ਕੇ ਆਏ ਸੀ। ਸ਼ਾਇਦ ਉਹਨਾਂ ਨੇ ਇਹੀ ਸਮਝਾ ਕੇ ਤੋਰਿਆ ਹੋਣਾ ਹੈ ਕਿ ਤੁਸੀਂ ਗੱਲ ਲਮਕਾ ਲਾਓ, ਹਲੇ ਕਾਨੂੰਨ ਰੱਦ ਕਰਨ ਵਾਲੀ ਗੱਲ ਤੇ ਨਾ ਆਇਓ। ਇਸ ਕਰਕੇ ਮੈਨੂੰ ਲੱਗਦਾ ਕਿ ਕਿਸਾਨਾਂ ਨੇ ਤਾਂ ਪਹਿਲਾਂ ਹੀ ਦੱਸਿਆ ਹੋਇਆ ਸੀ। ਹੁਣ ਅਗਲੀ ਮੀਟਿੰਗ ਤੋਂ ਪਹਿਲਾਂ ਵੀ ਇਸ ਵਕਤ ਸਰਕਾਰ ਨੂੰ ਪਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ। ਜੇ ਅਗਲੀ ਮੀਟਿੰਗ ਦੇ ਵਿੱਚ ਆ ਕੇ ਵੀ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸਾਨਾਂ ਨੂੰ ਹਲੇ ਤੱਕ ਕਾਨੂੰਨਾਂ ਦੀ ਸਮਝ ਨਹੀਂ ਆਈ। ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਅਦ ਬਾਹਰ ਆ ਕੇ, ਖਾਸ ਕਰਕੇ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਵੀ ਕਿਹਾ ਤੇ ਬਾਕੀ ਆਗੂਆਂ ਨੇ ਵੀ ਕਿਹਾ ਕਿ ਜਿਹੜੀ ਗੱਲਬਾਤ ਪਹਿਲੀ ਮੀਟਿੰਗ ਦੇ ਵਿੱਚ ਹੋ ਰਹੀ ਸੀ, ਕਾਨੂੰਨਾਂ ਬਾਰੇ ਸਾਨੂੰ ਵਿਸਥਾਰ ਨਾਲ ਦੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਅੱਜ ਇਸ ਮੀਟਿੰਗ ਦੇ ਵਿੱਚ ਵੀ ਉਹੀ ਗੱਲਬਾਤ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਤੇ ਅਸੀਂ ਸਰਕਾਰ ਨੂੰ ਆਖ ਦਿੱਤਾ ਕਿ ਸਾਨੂੰ ਕਾਨੂੰਨਾਂ ਬਾਰੇ ਤੁਹਾਡੇ ਨਾਲੋਂ ਵੱਧ ਪਤਾ ਹੈ, ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ। ਸਾਡੀਆਂ ਦੋ ਮੰਗਾਂ ਨੇ, ਕੰਮ 5 ਮਿੰਟ ਦੀ ਮੀਟਿੰਗ 'ਚ ਮੁੱਕ ਸਕਦਾ ਹੈ, ਤੁਸੀਂ ਰੱਦ ਕਰੋ, ਅਸੀਂ ਘਰਾਂ ਨੂੰ ਜਾਈਏ ਤੇ ਤੁਸੀਂ ਘਰਾਂ ਨੂੰ ਜਾਓ। ਤੇ ਅੱਜ ਜਿਵੇਂ ਪਿਛਲੀ ਮੀਟਿੰਗ ਦੇ ਵਿੱਚ ਖਬਰਾਂ ਸੀ ਕਿ ਇਕੱਠਿਆਂ ਬੈਠ ਕੇ ਲੰਗਰ ਛਕਿਆ, ਅੱਜ ਦੀ ਬੈਠਕ ਵਿੱਚ ਇਕੱਠਿਆਂ ਲੰਗਰ ਨਹੀਂ ਛਕਿਆ। ਕਿਸਾਨ ਆਗੂ ਨੇ ਗੁਰਦੁਆਰਾ ਸਾਹਿਬ ਵਿੱਚੋਂ ਗਿਆ ਲੰਗਰ ਛਕਿਆ, ਜਦੋਂ ਕਿ ਮੰਤਰੀ ਨੇ ਆਪਣਾ ਆਇਆ ਭੋਜਨ ਖਾਧਾ। ਅਗਲੀ ਖਬਰ ਬੜੀ ਮੰਦਭਾਗੀ ਖਬਰ ਹੈ। ਜਾਣਕਾਰੀ ਮਿਲ ਰਹੀ ਹੈ ਕਿ ਭਵਾਨੀਗੜ੍ਹ ਦੇ ਨੇੜਲੇ ਪਿੰਡ ਬਟੜਿਆਣਾ ਤੋਂ ਦਿੱਲੀ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਇੱਕ ਕਿਸਾਨ, ਜਿਨ੍ਹਾਂ ਦਾ ਨਾਮ ਰਾਮ ਸਿੰਘ ਦੱਸਿਆ ਜਾ ਰਿਹਾ ਹੈ, ਅਚਾਨਕ ਸਿਹਤ ਵਿਗੜਨ ਤੋਂ ਬਾਅਦ ਮੌਤ ਹੋਈ ਹੈ। ਇਸ ਸੰਬੰਧੀ ਮ੍ਰਿਤਕ ਕਿਸਾਨ ਦੇ ਲੜਕੇ ਚਮਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਰਾਮ ਸਿੰਘ 15 ਦਿਨ ਦਿੱਲੀ ਧਰਨੇ ਤੋਂ ਵਾਪਸ ਪਰਤੇ ਸਨ। ਧਰਨਾ ਲਗਾ ਕੇ ਆਏ ਸੀ ਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਦੁਬਾਰਾ ਆਪਣੇ ਟਰੈਕਟਰ ਟਰਾਲੀ ਦੇ ਵਿੱਚ ਸਮਾਨ ਲੱਦ ਕੇ, ਲੋੜੀਂਦਾ ਸਮਾਨ ਲੈ ਕੇ ਫਿਰ ਦਿੱਲੀ ਨੂੰ ਜਾ ਰਹੇ ਸਨ, ਤਾਂ ਕਿ ਰਸਤੇ ਦੇ ਵਿੱਚ, ਕਹਿੰਦੇ ਹਜੇ ਗਏ ਨਹੀਂ ਸੀ, ਰਸਤੇ ਦੇ ਵਿੱਚ ਅਚਾਨਕ ਚੱਕਰ ਖਾ ਕੇ ਜ਼ਮੀਨ ਤੇ ਡਿੱਗੇ ਤੇ ਇਸੇ ਦੌਰਾਨ ਉਹਨਾਂ ਨੂੰ ਇਲਾਜ ਵਾਸਤੇ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਚਮਕੌਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਨ, ਜਿਸ ਤਹਿਤ ਉਹ ਕਾਲਾ ਝਾ ਟੋਲ ਪਲਾਜ਼ਾ ਦੇ ਉੱਪਰ ਚੱਲ ਰਹੇ ਪੱਕੇ ਮੋਰਚੇ ਸਮੇਤ ਦਿੱਲੀ ਅੰਦੋਲਨ ਦੇ ਵਿੱਚ ਆਪਣਾ ਲਗਾਤਾਰ ਯੋਗਦਾਨ ਪਾ ਰਹੇ ਸਨ। ਇਸੇ ਤਰ੍ਹਾਂ ਇੱਕ ਹੋਰ ਖਬਰ ਮੰਦਭਾਗੀ ਮਿਲ ਰਹੀ ਹੈ, ਉਹ ਵੀ ਇਸ ਮੋਰਚੇ ਦੇ ਨਾਲ ਸੰਬੰਧਿਤ ਇੱਕ ਕਿਸਾਨ ਆਗੂ ਦੀ ਮੌਤ ਹੋਈ ਹੈ। ਦਿੱਲੀ ਦੇ ਸਿੰਘੂ ਬਾਰਡਰ ਤੇ ਡਟੇ ਹੋਏ ਕਿਸਾਨਾਂ ਲਈ ਬੀਤੇ ਦਿਨ ਪਈ ਠੰਡ ਕੜਾਕੇ ਦੀ ਜਿਹੜੀ ਅੱਜ ਵੀ ਪੈ ਰਹੀ ਹੈ ਤੇ ਨਾਲ ਬਰਸਾਤ ਵੀ ਹੋਈ ਹੈ, ਬਜ਼ੁਰਗ ਕਿਸਾਨਾਂ ਲਈ ਦੁਸ਼ਮਣ ਬਣੀ ਹੋਈ ਹੈ। ਇਸ ਠੰਡ ਦਾ ਸ਼ਿਕਾਰ ਹੋਏ ਨੇ ਜ਼ਿਲ੍ਹਾ ਪਟਿਆਲਾ, ਹਲਕਾ ਸਨੌਰ ਤੇ ਪਿੰਡ ਪ੍ਰਤਾਪਗੜ੍ਹ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਦੇ ਜ਼ਿਲ੍ਹਾ ਖਜ਼ਾਨਚੀ 68 ਵਰ੍ਹਿਆਂ ਦੇ ਜਗੀਰ ਸਿੰਘ ਪ੍ਰਤਾਪਗੜ੍ਹ, ਤੇ ਅੱਜ ਸ਼ਾਮ ਸਮੇਂ ਉਹਨਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਰਾਜੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਬਲਾਕ ਭੁੰਨਰਹੇੜੀ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਜਗੀਰ ਸਿੰਘ ਕਿਸਾਨੀ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਸੀ। ਉਹਨਾਂ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਪੇਸ਼ ਆਈ, ਜਿਸ ਕਾਰਨ ਉਹ ਖੁਦ ਉਹਨਾਂ ਨੂੰ ਦਿੱਲੀ ਤੋਂ ਵਾਪਸ ਲੈ ਕੇ ਆਏ। ਪਰਿਵਾਰਕ ਮੈਂਬਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਅਤੇ ਬੀਤੇ ਲਗਭਗ 2 ਦਿਨਾਂ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਬੀਤੀ ਸ਼ਾਮ ਕਿਸਾਨ ਆਗੂ ਜਗੀਰ ਸਿੰਘ ਪ੍ਰਤਾਪਗੜ੍ਹ ਦੀ ਮੌਤ ਹੋ ਗਈ ਹੈ। ਸੋ ਦੋਸਤੋ, ਰੋਜ਼ਾਨਾ ਲਗਭਗ ਇਸ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ, ਪਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਮੀਟਿੰਗ ਹੋਈ ਸੀ, ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਨੇ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਵਜ਼ੀਰਾਂ ਨੂੰ ਆਖਿਆ ਕਿ ਹੁਣ ਤੱਕ 60 ਦੇ ਕਰੀਬ ਕਿਸਾਨ ਇਸ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਆ। ਤੁਸੀਂ ਹਜੇ ਤੱਕ 2 ਸ਼ਬਦ ਨਹੀਂ ਆਖੇ, ਉਹਨਾਂ ਨੂੰ ਸ਼ਰਧਾਂਜਲੀ ਦਿਓ, ਫਿਰ ਮੀਟਿੰਗ ਸ਼ੁਰੂ ਕਰਾਂਗੇ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਹੈ। ਦੇਖੋ ਕਿੰਨੀ ਸੰਵੇਦਨਸ਼ੀਲਤਾ ਘੱਟ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਪਿਛਲੀਆਂ ਮੀਟਿੰਗਾਂ ਵਿੱਚ ਵੀ, ਸਾਰੀਆਂ ਚਿੱਠੀਆਂ ਵਿੱਚ ਵੀ, ਮਨ ਕੀ ਬਾਤ ਵਿੱਚ ਵੀ, ਕਿ ਇਸ ਗੱਲ ਦਾ ਜ਼ਿਕਰ ਹੁੰਦਾ ਕਿ ਇਸ ਅੰਦੋਲਨ ਦੌਰਾਨ ਜਿੰਨੇ ਲੋਕ ਵੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਨੇ, ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ਜਦੋਂ ਕਿਸਾਨ ਆਗੂਆਂ ਨੇ ਮੰਗ ਰੱਖ ਕੇ ਮੀਟਿੰਗ ਫਿਰ ਸ਼ੁਰੂ ਕਰਾਂਗੇ, ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਫਿਰ ਜਾਣਕਾਰੀ ਮਿਲ ਰਹੀ ਹੈ ਕਿ 2 ਮਿੰਟ ਦਾ ਮੌਨ ਰੱਖ ਕੇ ਕਿਸਾਨ ਆਗੂਆਂ ਨੇ ਵੀ ਅਤੇ ਮੰਤਰੀਆਂ ਨੇ ਵੀ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਤੇ ਹੁਣ ਅਗਲੀ ਖਬਰ ਜਿਹੜੀ ਉਹ ਵੀ ਲਗਭਗ ਬੜੀ ਮੰਦਭਾਗੀ ਖਬਰ ਹੀ ਹੈ। ਤੁਹਾਨੂੰ ਯਾਦ ਹੋਣਾ ਹੈ, ਜੇ ਤੁਸੀਂ ਢਾਡੀ ਰੰਗ ਨੂੰ ਸੁਣਨ ਦੇ ਸ਼ੌਕੀਨ ਹੋ, ਦੁਨੀਆ ਭਰ 'ਚ ਪ੍ਰਸਿੱਧ ਢਾਡੀ ਸਨ। ਅੰਤਰਰਾਸ਼ਟਰੀ ਪ੍ਰਸਿੱਧੀ ਖੱਟਣ ਵਾਲੇ ਢਾਡੀ ਪ੍ਰਿਤਪਾਲ ਸਿੰਘ ਬੈਂਸ ਢਾਡੀ ਕਲਾ ਦੀ ਸਰਮੌਰ ਹਸਤੀ ਸੀ। ਭਾਈ ਨੱਥਾ ਭਾਈ ਅਬਦੁੱਲਾ ਢਾਡੀ ਸਭਾ ਦੇ ਚੇਅਰਮੈਨ ਸਨ। ਇੰਟਰਨੈਸ਼ਨਲ ਗੋਲਡ ਮੈਡਲਿਸਟ ਸਨ ਗਿਆਨੀ ਪ੍ਰਿਤਪਾਲ ਸਿੰਘ ਬੈਂਸ। ਜਾਣਕਾਰੀ ਅਨੁਸਾਰ ਬੀਤੀ ਰਾਤ ਗੰਭੀਰ ਬਿਮਾਰੀ ਦੇ ਜੂਝਣ ਕਾਰਨ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਆ ਗਏ ਹੈ। ਉਹਨਾਂ ਦੇ ਅਕਾਲ ਚਲਾਣੇ ਨਾਲ ਭਰਤਗੜ੍ਹ, ਘਨੌਲੀ ਅਤੇ ਨਾਲ ਲੱਗਦੇ ਇਲਾਕਿਆਂ ਤੇ ਸਿੱਖ ਸਫਾਂ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਗਿਆਨੀ ਪ੍ਰਿਤਪਾਲ ਸਿੰਘ ਬੈਂਸ ਇੱਕ ਬਹੁਤ ਹੀ ਮਾਇਨਾਜ਼ ਹਸਤੀ ਸਨ। ਉਹਨਾਂ ਦਾ ਜਨਮ 15 ਅਪ੍ਰੈਲ ਤੇ 1962 ਨੂੰ ਪਿਤਾ ਰਤਨ ਸਿੰਘ ਅਤੇ ਮਾਤਾ ਜਸ ਕੌਰ ਦੇ ਗ੍ਰਹਿ ਭਰਤਗੜ੍ਹ ਵਿੱਚ ਹੋਇਆ ਸੀ। ਸੋ ਉਹ ਇਸ ਸੰਸਾਰ ਤੋਂ ਕੂਚ ਕਰ ਗਏ ਨੇ। ਅਸੀਂ ਆਪਣੀ ਟੀਮ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗਿਆਨੀ ਜੀ ਨੂੰ, ਬੈਂਸ ਸਾਹਿਬ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੋਸਤੋ, ਇਹ ਸਨ ਕੁਝ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ। ਜੇਕਰ ਚੰਗੀਆਂ ਲੱਗੀਆਂ ਨੇ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਅਤੇ ਪੁਖਤਾ ਜਾਣਕਾਰੀ ਦੇ ਵਾਸਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।